ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਬरुण कौर मान ਖਬਰਾਂ ਦੇ ਬ੍ਰਿਟਨ ਵਿੱਚ ਤੁਹਾਡਾ ਸਵਾਗਤ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਕੈਨੇਡਾ ਨੇ ਭਾਰਤ ਲਈ ਬੰਦ ਕੀਤੀਆਂ ਉਡਾਣਾਂ, ਫਸੇ ਕਈ ਨਾਗਰਿਕ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਸਪ੍ਰੀਤ ਸਿੰਘ ਨਾਲ ਕੀਤੀ ਮੁਲਾਕਾਤ। ਗੁਰਦੁਆਰਾ ਛਾਇਆ ਬਿਊਨਾ ਯੁਵਾ ਸਿਟੀ ਦੀਆਂ ਚੋਣਾਂ ਲਈ ਭਖਿਆ ਮੈਦਾਨ। 15-16 ਮਈ ਨੂੰ ਹੋਵੇਗੀ ਚੋਣ। कोरोना वायरस ਦੀਆਂ ਸਾਰੀਆਂ ਕਿਸਮਾਂ ਤੇ ਅਸਰਦਾਰ ਨਵੀਂ ਵੈਕਸੀਨ ਵਿਕਸਿਤ 2। ਅਮਰੀਕਾ ਵਿੱਚ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਲਈ ਫਾਈਜ਼ਰ ਦੇ ਕੋਵਿਡ-19 ਟੀਕੇ ਦੀ ਵਰਤੋਂ ਨੂੰ ਮਿਲੀ ਹਰੀ ਝੰਡੀ। ਅਮਰੀਕੀ ਸਮੁੰਦਰੀ ਫੌਜ ਨੇ 13 ਈਰਾਨੀ ਕਿਸ਼ਤੀਆਂ ਤੇ ਚਲਾਈਆਂ ਗੋਲੀਆਂ। ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ। ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਕਾਰਨ ਭਾਰਤ ਨਾਲ ਕਈ ਦੇਸ਼ਾਂ ਨੇ ਹਵਾਈ ਸੇਵਾ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੀ ਹੈ। ਕੈਨੇਡਾ ਸਰਕਾਰ ਨੇ ਵੀ ਬੀਤੇ ਦਿਨੀ ਭਾਰਤ ਤੋਂ ਅਚਾਨਕ ਸਾਰੀਆਂ ਯਾਤਰੀ ਉਡਾਣਾਂ ਰੱਦ ਕਰ ਦਿੱਤੀਆਂ ਸਨ। ਸਿਰਫ ਜ਼ਰੂਰੀ ਸਮਾਨ ਦੀ ਢੋਆ ਢੁਆਈ ਲਈ ਕਾਰਗੋ ਜਹਾਜ਼ ਹੀ ਚੱਲ ਰਹੇ ਨੇ। ਅਜਿਹੇ ਵਿੱਚ ਬੀਤੇ ਸਾਲ ਮਾਰਚ ਵਿੱਚ ਲੱਗੀ ਤਾਲਾਬੰਦੀ ਵਾਂਗ ਹੀ ਕੁਝ ਕੈਨੇਡਾ ਵਸਨੀਕ ਭਾਰਤ ਵਿੱਚ ਅਤੇ ਕਈ ਭਾਰਤੀ ਕੈਨੇਡਾ ਵਿੱਚ ਫਸੇ ਹੋਏ ਨੇ। ਉਹਨਾਂ ਨੂੰ ਵਾਪਸ ਪਰਤਣ ਲਈ ਆਪਣੇ ਬਲਬੂਤੇ ਤੇ ਹੀ ਯਤਨ ਕਰਨੇ ਪੈਣੇ ਨੇ, ਕਿਉਂਕਿ ਹਾਲ ਦੀ ਘੜੀ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਕੋਈ ਬੰਦੋਬਸਤ ਨਹੀਂ ਕੀਤੇ ਜਾ ਰਹੇ। ਬੀਤੇ 4 ਮਈ ਤੱਕ ਭਾਰਤ ਤੋਂ ਅਮਰੀਕਾ ਦੀਆਂ ਉਡਾਣਾਂ ਚੱਲ ਰਹੀਆਂ ਸਨ, ਜਿਸ ਕਰਕੇ ਕੈਨੇਡਾ ਦੇ ਕੁਝ ਨਾਗਰਿਕ ਉਸ ਰਸਤੇ ਕੈਨੇਡਾ ਪਰਤ ਰਹੇ ਸਨ। ਟੋਰਾਂਟੋ ਵਿੱਚ ਭਾਰਤ ਦੇ ਦੂਤਵਾਸ ਤੋਂ ਕੌਸ਼ਲ ਧੀਰਜ ਪਾਰਕ ਨੇ ਦੱਸਿਆ ਕਿ ਉਡਾਣਾਂ ਰੱਦ ਹੋਣ ਤੋਂ ਬਾਅਦ ਭਾਰਤ ਸਰਕਾਰ ਦਾ ਕੈਨੇਡਾ ਵਿੱਚ ਭਾਰਤੀਆਂ ਨੂੰ ਵਾਪਸ ਲਿਜਾਣ ਦਾ ਹਾਲੇ ਕੋਈ ਪ੍ਰੋਗਰਾਮ ਨਹੀਂ ਹੈ। ਉਹਨਾਂ ਇਹ ਵੀ ਕਿਹਾ ਕਿ ਹਾਲੇ ਤੱਕ ਕਿਸੇ ਭਾਰਤੀ ਨੇ ਕੈਨੇਡਾ ਤੋਂ ਵਾਪਸ ਜਾਣ ਲਈ ਸੰਪਰਕ ਵੀ ਨਹੀਂ ਕੀਤਾ। ਧੀਰਜ ਨੇ ਦੱਸਿਆ ਕਿ ਪਰਿਵਾਰਕ ਐਮਰਜੈਂਸੀ ਹਾਲਾਤ ਵਿੱਚ ਭਾਰਤ ਜਾਣ ਲਈ ਲੋਕਾਂ ਵੱਲੋਂ ਜਾਣਕਾਰੀ ਹਾਸਲ ਕੀਤੀ ਜਾਂਦੀ ਰਹਿੰਦੀ ਹੈ, ਪਰ ਉਡਾਣਾਂ ਬੰਦ ਹੋਣ ਕਾਰਨ ਕੈਨੇਡਾ ਵਿੱਚੋਂ ਭਾਰਤ ਦੇ ਨਾਗਰਿਕਾਂ ਨੂੰ ਵਾਪਸ ਜਾਣ ਦੀ ਕੋਈ ਕਾਲੀ ਨਜ਼ਰ ਨਹੀਂ ਆਉਂਦੀ। ਉਹਨਾਂ ਇਹ ਵੀ ਕਿਹਾ ਕਿ ਇਹ ਸਮਾਂ ਸਫ਼ਰ ਕਰਨ ਦਾ ਨਹੀਂ, ਜਿਸ ਕਰਕੇ ਲੋਕ ਜਿੱਥੇ ਵੀ ਨੇ ਉੱਥੇ ਰਹਿਣ ਅਤੇ ਵੈਕਸੀਨ ਲਗਵਾ ਕੇ ਖੁਦ ਨੂੰ ਸੁਰੱਖਿਅਤ ਰੱਖਣ। ਉਹਨਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਓਨਟਾਰੀਓ ਸੂਬਾਈ ਸਰਕਾਰ ਨੇ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਹਦਾਇਤ ਕੀਤੀ ਹੋਈ ਹੈ, ਜਿਸ ਕਰਕੇ ਭਾਰਤੀ ਦੂਤਵਾਸ ਵੀ ਬੰਦ ਹੈ। ਉਹਨਾਂ ਨੇ ਕਿਹਾ ਕਿ ਐਮਰਜੈਂਸੀ ਵਿੱਚ ਕਿਸੇ ਭਾਰਤੀ ਨਾਗਰਿਕ ਜਾਂ ਦੂਤਵਾਸ ਦੀਆਂ ਸੇਵਾਵਾਂ ਦੀ ਲੋੜ ਪਵੇ ਤਾਂ ਅਗਾਊਂ ਸਮਾਂ ਲੈਣਾ ਜ਼ਰੂਰੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਬੀਤੇ ਦਿਨੀ ਲੋਕਾਂ ਨੂੰ ਲਗਾਤਾਰ ਅਪੀਲਾਂ ਕੀਤੀਆਂ ਕਿ ਵਾਇਰਸ ਦੇ ਹਾਲਾਤ ਅਸਥਿਰ ਹਨ, ਇਸ ਲਈ ਕੈਨੇਡਾ ਤੋਂ ਬਾਹਰ ਨਾ ਜਾਇਆ ਜਾਵੇ। ਅਮਰੀਕਾ ਵਿੱਚ ਦਸਤਾਰ ਸਜਾ ਕੇ ਜਿਹੜੇ ਸਿੱਖ ਉੱਚ ਅਹੁਦਿਆਂ ਤੇ ਕੰਮ ਕਰ ਰਹੇ ਨੇ, ਉਸ ਨਾਲ ਇੱਥੇ ਸਿੱਖੀ ਦੀ ਪਹਿਚਾਣ ਬਣਦੀ ਹੈ। ਇਹ ਸ਼ਬਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਉੱਗੇ ਵਕੀਲ ਸਰਦਾਰ ਜਸਪ੍ਰੀਤ ਸਿੰਘ ਦੇ ਨਿਊਯਾਰਕ ਸਥਿਤ ਦਫ਼ਤਰ ਵਿਖੇ ਕਹੇ। ਉਹਨਾਂ ਨੇ ਕਿਹਾ ਕਿ ਅੱਜ ਅਮਰੀਕਾ ਵਿੱਚ ਦਸਤਾਰਧਾਰੀ ਇੰਜੀਨੀਅਰ, ਡਾਕਟਰ, ਵਕੀਲ, ਸਾਇੰਟਿਸਟ, ਮਿਲਟਰੀ ਅਤੇ ਹੋਰ ਇਸ ਤਰ੍ਹਾਂ ਦੇ ਉੱਚ ਅਹੁਦਿਆਂ ਤੇ ਸਿੱਖ ਵਿਰਾਜਮਾਨ ਨੇ, ਜੋ ਕਿ ਸ਼ਲਾਘਾਯੋਗ ਹੈ। ਸਮੁੱਚੀ ਕੌਮ ਨੂੰ ਇਹਨਾਂ ਸਿੱਖਾਂ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਬਿਹਤਰ ਹੈ ਕਿ ਜੇ ਉਹ ਵਿਦੇਸ਼ਾਂ ਵਿੱਚ ਵੀ ਸਾਬਤ ਸੂਰਤ ਰਹਿਣ। ਗਿਆਨੀ ਜਸਪ੍ਰੀਤ ਸਿੰਘ ਨੇ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨਾਲ ਸਿੱਖੀ ਬਾਰੇ ਅਤੇ ਸਿੱਖ ਸਿਆਸਤ ਬਾਰੇ ਖੁੱਲ੍ਹ ਕੇ ਵਿਚਾਰ ਵਟਾਂਦਰੇ ਕੀਤੇ। ਇਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਆਪਣੇ ਕੰਮ ਵਿੱਚ ਪੂਰੀ ਮਹਾਰਤ ਰੱਖਦੇ ਨੇ। ਇਸ ਦੇ ਨਾਲ-ਨਾਲ ਉਹਨਾਂ ਨੂੰ ਅਮਰੀਕਾ ਬਾਰੇ ਭਰਪੂਰ ਜਾਣਕਾਰੀ ਹੈ। ਇਹਨਾਂ ਨਾਲ ਗੱਲਬਾਤ ਕਰਨ ਨਾਲ ਬਹੁਤ ਜਾਣਕਾਰੀ ਹਾਸਲ ਹੋਈ। ਉਹਨਾਂ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਅਮਰੀਕਾ ਵਿੱਚ ਪੰਜਾਬੀ ਅਟਾਰਨੀ ਵੀ ਹਨ, ਜਿਸ ਕਰਕੇ ਪੰਜਾਬ ਤੋਂ ਆਏ ਲੋਕਾਂ ਨੂੰ ਆਪਣੀ ਜ਼ੁਬਾਨ ਵਿੱਚ ਗੱਲ ਕਰਨ ਦਾ ਮੌਕਾ ਮਿਲ ਜਾਂਦਾ ਹੈ। ਜਸਪ੍ਰੀਤ ਅਟਾਰਨੀ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਸਮਾਂ ਕੱਢ ਕੇ ਉਹਨਾਂ ਦੇ ਦਫ਼ਤਰ ਆਉਣ ਲਈ ਧੰਨਵਾਦ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਤੋਂ ਬਾਹਰ ਚਾਹੇ ਭਾਰਤ ਦੇ ਬਾਕੀ ਸੂਬੇ ਹੈ ਤੇ ਚਾਹੇ ਉਹ ਵਿਦੇਸ਼ ਨੇ, ਉੱਥੇ ਜਦੋਂ ਕਿਸੇ ਸਿੱਖ ਨੂੰ ਉੱਚੇ ਅਹੁਦੇ ਦੇ ਉੱਤੇ ਕਾਰਜਸ਼ੀਲ ਵੇਖਦੇ ਆ, ਕੋਈ ਡਾਕਟਰ ਹੈ, ਕੋਈ ਵਕੀਲ ਹੈ, ਕੋਈ ਇੰਜੀਨੀਅਰ ਹੈ, ਕੋਈ ਖਿਡਾਰੀ ਹੈ, ਕੋਈ ਮੀਡੀਆ ਪਰਸਨ ਹੈ, ਕੋਈ ਰਾਈਟਰ ਹੈ, ਮਨ ਨੂੰ ਬੜਾ ਸਕੂਨ ਮਿਲਦਾ, ਖੁਸ਼ੀ ਮਿਲਦੀ ਹੈ। ਕਿਉਂਕਿ ਸਿੱਖ ਜਿਹੜਾ ਡਾਕਟਰ ਹੈ, ਅੱਛੇ ਢੰਗ ਦੇ ਨਾਲ ਉਹ ਡਾਕਟਰੀ ਕਰ ਰਿਹਾ ਹੈ। ਉਹ ਡਾਕਟਰੀ ਦੇ ਨਾਲ ਆਪਣੀ ਦਸਤਾਰ, ਆਪਣੀ ਸਾਬਤ ਸੂਰਤ ਚਿਹਰੇਕਾਰ ਨੂੰ, ਉਸ ਸਿੱਖ ਪਹਿਚਾਣ ਨੂੰ ਵੀ ਜਿਹੜਾ ਪ੍ਰਚਾਰ ਰਿਹਾ। ਕੋਈ ਲਾਇਰ ਹੈ, ਕੋਈ ਵਕੀਲ, ਦੂਸਰਾ ਇੰਜੀਨੀਅਰ ਹੈ, ਤਾਂ ਜਿੱਥੇ ਉਹ ਆਪਣੇ ਖਿੱਤੇ ਦੇ ਵਿੱਚ ਕਾਰਜਸ਼ੀਲ ਹੈ, ਉੱਥੇ ਉਹ ਆਪਣੇ ਚਿਹਰੇ ਮੋਹਰੇ ਕਰਕੇ, ਦਸਤਾਰ ਬੰਨੀ ਹੋਣ ਕਰਕੇ ਸਾਡੀ ਪਹਿਚਾਣ ਦੇ ਵੀ ਉਹ ਇੱਕ ਕਿਸਮ ਦੇ ਪ੍ਰਚਾਰਕ ਨੇ। ਇਸ ਕਰਕੇ ਜਦੋਂ ਮਿਲਦੇ ਨੇ ਬੜੀ ਖੁਸ਼ੀ ਹੁੰਦੀ ਹੈ। ਅੱਜ ਸਰਦਾਰ ਜਸਪ੍ਰੀਤ ਸਿੰਘ ਜੀ ਜੋ ਅਟਾਰਨੀ ਲਾਅ ਨੇ ਅਮਰੀਕਾ ਦੇ ਵਿੱਚ,
ਉਹਨਾਂ ਦੇ ਨਾਲ ਮੁਲਾਕਾਤ ਕਰਨ ਦਾ ਮੈਂ ਸਮਝਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਬੜਾ ਕੁਝ ਇਹਨਾਂ ਨੂੰ ਇੱਥੇ ਅਮਰੀਕਨ ਲਾਅ ਬਾਰੇ ਇਹਨਾਂ ਤੋਂ ਸਿੱਖਣ ਨੂੰ ਮਿਲਿਆ। ਬੜੀਆਂ ਜਾਣਕਾਰੀਆਂ ਇਹਨਾਂ ਨੇ ਅਮਰੀਕਾ ਬਾਰੇ ਦਿੱਤੀਆਂ ਨੇ, ਅਮਰੀਕਾ ਦੇ ਕਲਚਰ ਬਾਰੇ ਜਾਣਕਾਰੀ ਦਿੱਤੀ ਹੈ, ਅਮਰੀਕਾ ਦੇ ਲਾਅ ਬਾਰੇ ਜਾਣਕਾਰੀ ਦਿੱਤੀ ਹੈ ਔਰ ਬੜੀ ਇਹਨਾਂ ਦੇ ਨਾਲ ਗੱਲਬਾਤ ਕਰਨ ਤੋਂ ਸਾਡੇ ਗਿਆਨ ਦੇ ਵਿੱਚ ਬੜਾ ਇਜ਼ਾਫਾ ਹੋਇਆ ਤੇ ਮੈਂ ਇਹਨਾਂ ਦਾ ਇਸ ਗੱਲ ਸ਼ੁਕਰਗੁਜ਼ਾਰ ਹਾਂ। ਔਰ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਜਿਹੜੇ ਪੰਜਾਬੀ ਇੱਥੇ ਪਰਿਵਾਰ ਆਉਂਦੇ ਨੇ, ਨੌਜਵਾਨ ਆਉਂਦੇ ਨੇ ਤੇ ਉਹ ਇਹਨਾਂ ਕੋਲੇ ਆਉਂਦੇ ਨੇ ਕਿਉਂਕਿ ਇਹ ਪੰਜਾਬੀ ਦੇ ਵਿੱਚ ਵੀ ਮਹਾਰਤ ਰੱਖਦੇ ਨੇ, ਇੰਗਲਿਸ਼ ਦੇ ਵਿੱਚ ਵੀ ਮਹਾਰਤ ਰੱਖਦੇ ਨੇ ਤੇ ਉਹਨਾਂ ਨੂੰ ਪੰਜਾਬੀ ਦੇ ਵਿੱਚ ਸੁਣਦੇ ਨੇ ਤੇ ਫਿਰ ਉਹਨਾਂ ਦੇ ਕੇਸਾਂ ਨੂੰ ਜਿਹੜਾ ਕੋਰਟ ਦੇ ਵਿੱਚ ਜਿਹੜਾ ਉਹ ਪੇਸ਼ ਕਰਦੇ ਨੇ ਬਹੁਤ ਵਧੀਆ ਢੰਗ ਦੇ ਨਾਲ। ਔਰ ਇਸ ਲਈ ਵੀ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਮੇਰੀ ਕੌਮ ਦੇ ਜਿਹੜੇ ਬੱਚੇ ਨੇ, ਸਾਡੀ ਕੌਮ ਦੇ, ਉਹਨਾਂ ਦੀ ਵੀ ਇਹ ਕਾਰਜਸ਼ੀਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਟਾਇਰਾ ਵਿਊਨਾ ਯੁਵਾ ਸਿਟੀ ਦੀ ਪ੍ਰਬੰਧਕੀ ਕਮੇਟੀ ਦੀਆਂ 15 ਤੇ 16 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਮੈਦਾਨ ਭਖ ਗਿਆ ਹੈ। ਇਨ੍ਹਾਂ ਚੋਣਾਂ ਲਈ ਮੁੱਖ ਮੁਕਾਬਲਾ ਦੋ ਧਿਰਾਂ ਵਿਚਾਲੇ ਹੈ, ਜਿਨ੍ਹਾਂ ਵੱਲੋਂ ਕੁੱਲ 66 ਉਮੀਦਵਾਰ ਮੈਦਾਨ ਵਿੱਚ ਨਿਤਰੇ ਹੋਏ ਨੇ। ਇਨ੍ਹਾਂ ਉਮੀਦਵਾਰਾਂ ਵਿੱਚੋਂ ਪ੍ਰਬੰਧਕ ਕਮੇਟੀ ਦੇ 32 ਮੈਂਬਰਾਂ ਦੀ ਚੋਣ ਕਰਨ ਲਈ ਇਸ ਵਾਰ 6804 ਵੋਟਰ ਰਜਿਸਟਰ ਹੋਏ ਨੇ, ਜੋ ਕਿ ਆਪਣੀ ਪਸੰਦ ਦੇ ਉਮੀਦਵਾਰਾਂ ਨੂੰ ਚੁਣਨ ਲਈ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਨੇ। ਦੋਵੇਂ ਧਿਰ ਵੋਟਰਾਂ ਨੂੰ ਆਪਣੇ ਹੱਕਾਂ 'ਚ ਭੁਗਤਾਉਣ ਲਈ ਆਪੋ ਆਪਣੇ ਸਾਧਨਾਂ ਰਾਹੀਂ ਭਰਮਾਉਣ ਦਾ ਯਤਨ ਕਰ ਰਹੇ ਨੇ ਤੇ ਇਸ ਲਈ ਧੜਾਧੜ ਮੀਟਿੰਗਾਂ ਦਾ ਸਿਲਸਿਲਾ ਚਲਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਗੁਰਦੁਆਰਾ ਟਾਇਰਾ ਵਿਊਨਾ ਦੀ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ 'ਚ ਕੁਝ ਕਾਨੂੰਨੀ ਅੜਚਣਾਂ ਪੈ ਗਈਆਂ ਸਨ ਤੇ ਫਿਰ ਵਿਸ਼ਵ ਭਰ 'ਚ ਫੈਲੀ ਕੋਰੋਨਾ ਮਹਾਮਾਰੀ ਕਾਰਨ ਚੋਣਾਂ ਕਰਵਾਉਣ 'ਚ ਦੇਰੀ ਹੋ ਗਈ। ਪਰ ਹੁਣ 15 ਤੇ 16 ਮਈ ਨੂੰ ਗੁਰੂ ਘਰ ਦੀ ਇਮਾਰਤ ਵਿੱਚ ਹੋਣ ਜਾ ਰਹੀਆਂ ਚੋਣਾਂ ਦੌਰਾਨ ਵੋਟਰ ਆਪਣੀ ਪਸੰਦ ਦੀ ਮੈਂਬਰ ਦੀ ਚੋਣ ਕਰਨ ਲਈ ਵੋਟ ਪਾਉਣਗੇ। ਅਮਰੀਕਾ ਦੇ ਮਿਨੀ ਪੰਜਾਬ ਵਜੋਂ ਜਾਣੇ ਜਾਂਦੇ ਸ਼ਹਿਰ ਯੁਵਾ ਸਿਟੀ ਦਾ ਇਹ ਗੁਰੂ ਘਰ ਕਰੀਬ 52 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਦੀ ਖੁਸ਼ੀ ਵਜੋਂ ਸਥਾਪਿਤ ਕੀਤਾ ਗਿਆ ਸੀ। ਇਸ ਗੁਰੂ ਘਰ ਵਿੱਚ ਹਰ ਸਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਸੰਬੰਧੀ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਂਦਾ ਹੈ। ਇਹ ਨਗਰ ਕੀਰਤਨ ਹੁਣ ਅਮਰੀਕਾ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਪੱਧਰ ਤੇ ਵੀ ਪ੍ਰਸਿੱਧੀ ਪ੍ਰਾਪਤ ਕਰ ਚੁੱਕਾ ਹੈ, ਜਿਸ ਵਿੱਚ ਹਰ ਸਾਲ 10 ਤੋਂ 15 ਮਿਲੀਅਨ ਸੰਗਤਾਂ ਜੁੜਦੀਆਂ ਹਨ। ਅਮਰੀਕੀ ਖੋਜਾਰਥੀਆਂ ਨੇ ਇੱਕ ਨਵੀਂ ਵੈਕਸੀਨ ਵਿਕਸਿਤ ਕਰਨ ਦਾ ਦਾਅਵਾ ਕੀਤਾ ਜੋ ਕੋਰੋਨਾ ਵਾਇਰਸ ਦੇ ਅਸਲ ਰੂਪ ਨੂੰ SARS-CoV-1, SARS-CoV-2 ਸਮੇਤ ਇਸ ਦੀਆਂ ਯੂਕੇ, ਦੱਖਣੀ ਅਫਰੀਕਾ ਅਤੇ ਬ੍ਰਾਜ਼ੀਲ ਦੀਆਂ ਕਿਸਮਾਂ ਤੋਂ ਇਲਾਵਾ ਚਮਗਿੱਦੜਾਂ ਨਾਲ ਜੁੜੇ ਕੋਰੋਨਾ ਵਾਇਰਸ ਜੋ ਸ਼ਾਇਦ ਅਗਲੀ ਮਹਾਮਾਰੀ ਦਾ ਕਾਰਨ ਹੋ ਸਕਦੇ ਹਨ ਖਿਲਾਫ ਵੀ ਅਸਰਦਾਰ ਸਾਬਤ ਹੋਇਆ ਹੈ। ਇਹ ਨਵੀਂ ਵੈਕਸੀਨ, ਜਿਸ ਨੂੰ ਪੈਨ ਕੋਰੋਨਾ ਵਾਇਰਸ ਵੈਕਸੀਨ ਦਾ ਨਾਮ ਦਿੱਤਾ ਗਿਆ ਹੈ, ਬਾਂਦਰਾਂ ਤੇ ਚੂਹਿਆਂ ਤੋਂ ਪੈਦਾ ਹੋਣ ਵਾਲੇ ਵਾਇਰਸ ਖਿਲਾਫ ਵੀ ਅਸਰਦਾਰ ਦੱਸੀ ਜਾਂਦੀ ਹੈ। ਪੈਨ ਕੋਰੋਨਾ ਵਾਇਰਸ ਵੈਕਸੀਨ ਐਂਟੀਬਾਡੀਜ਼ ਨੂੰ ਨੈਨੋ ਪਾਰਟੀਕਲਸ ਜ਼ਰੀਏ ਪ੍ਰਭਾਵਹੀਣ ਕਰਦੀ ਹੈ। ਨੇਚਰ ਨਾਂ ਦੇ ਰਸਾਲੇ ਵਿੱਚ ਪ੍ਰਕਾਸ਼ਿਤ ਇਨ੍ਹਾਂ ਲੱਭਤਾਂ ਮੁਤਾਬਕ ਨੈਨੋ ਪਾਰਟੀਕਲ ਵੈਕਸੀਨ ਬਾਂਦਰਾਂ ਵਿੱਚ ਕੋਵਿਡ-19 ਦੀ ਲਾਗ ਨੂੰ 100% ਰੋਕਦੀ ਹੈ। ਅਮਰੀਕਾ ਵਿੱਚ ਪੜਾਅਵਾਰ ਕੋਰੋਨਾ ਵਾਇਰਸ ਟੀਕਾਕਰਨ ਮੁਹਿੰਮ ਜਾਰੀ ਹੈ। ਇਸ ਮੁਹਿੰਮ ਦੀ ਅਗਲੀ ਲੜੀ ਵਿੱਚ ਅਮਰੀਕੀ ਸੰਸਥਾ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਲਈ ਫਾਈਜ਼ਰ ਦੇ ਕੋਵਿਡ-19 ਟੀਕੇ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੀ, ਜਿਸ ਦਾ ਮਤਲਬ ਲੱਖਾਂ ਹੋਰ ਕਿਸ਼ੋਰਾਂ ਤੱਕ ਹੁਣ ਟੀਕੇ ਦੀ ਪਹੁੰਚ ਹੋਵੇਗੀ। ਇਸ ਐਮਰਜੈਂਸੀ ਵਰਤੋਂ ਦੇ ਅਧਿਕਾਰ ਲਈ ਇੱਕ ਵਿਸ਼ਲੇਸ਼ਣ ਵਿੱਚ ਇਸ ਉਮਰ ਦੇ ਸਮੂਹ ਦੇ 1005 ਬੱਚੇ ਸ਼ਾਮਲ ਕੀਤੇ ਗਏ ਸਨ, ਜਿਸ ਉਪਰੰਤ ਪ੍ਰੀਖਣ ਵਿੱਚ ਇਹ ਟੀਕਾ ਕੋਵਿਡ-19 ਨੂੰ ਰੋਕਣ ਵਿੱਚ 100% ਪ੍ਰਭਾਵਸ਼ਾਲੀ ਪਾਇਆ ਗਿਆ ਸੀ। ਇਸ ਸੰਬੰਧੀ ਸੋਮਵਾਰ ਨੂੰ FDA ਦੇ ਕਾਰਜਕਾਰੀ ਕਮਿਸ਼ਨਰ ਜੈਨੇਟ ਵੁਡਕੌਕ ਨੇ ਕਿਹਾ ਕਿ ਇਹ ਟੀਕਾ ਬੱਚਿਆਂ ਨੂੰ ਬਾਲਗਾਂ ਦੀ ਤਰ੍ਹਾਂ ਹੀ 2 ਖੁਰਾਕਾਂ ਵਿੱਚ ਲਗਾਇਆ ਜਾਵੇਗਾ। ਇਸ ਦੇ ਇਲਾਵਾ ਸਿਹਤ ਮਾਹਿਰਾਂ ਨੇ FDA ਦੁਆਰਾ ਫਾਈਜ਼ਰ ਬਾਇਓਟੈਕ ਕੋਵਿਡ-19 ਟੀਕੇ ਲਈ ਐਮਰਜੈਂਸੀ ਵਰਤੋਂ ਦਾ 12 ਤੋਂ 15 ਸਾਲ ਦੀ ਉਮਰ ਦੇ ਕਿਸ਼ੋਰਾਂ ਵਿੱਚ ਵਿਸਥਾਰ ਕਰਨ ਨੂੰ ਕੋਵਿਡ-19 ਮਹਾਮਾਰੀ ਦੇ ਵਿਰੁੱਧ ਲੜਾਈ ਦਾ ਇੱਕ ਮਹੱਤਵਪੂਰਨ ਕਦਮ ਦੱਸਿਆ ਹੈ। ਫਾਈਜ਼ਰ ਨੇ FDA ਨੂੰ ਇਸ ਦੇ ਟੀਕੇ ਦੀ ਪੂਰੀ ਪ੍ਰਵਾਨਗੀ ਲਈ ਵੀ ਕਿਹਾ ਹੈ, ਜਿਸ ਦਾ ਅਰਥ ਹੈ ਕਿ ਇਸ ਨੂੰ ਹੁਣ ਕਿਸੇ ਐਮਰਜੈਂਸੀ ਵਰਤੋਂ ਅਧਿਕਾਰਾਂ ਤਹਿਤ ਵੰਡਿਆ ਨਹੀਂ ਜਾਵੇਗਾ। ਅਮਰੀਕੀ ਸਮੁੰਦਰੀ ਫੌਜ ਨੇ ਜਹਾਜ਼ ਵੱਲ ਵਧਣ ਵਾਲੀਆਂ 13 ਇਰਾਨੀ ਕਿਸ਼ਤੀਆਂ ਨੂੰ ਰੋਕਣ ਲਈ ਅਮਰੀਕੀ ਤੱਟ ਰੱਖਿਅਕ ਦੇ ਇੱਕ ਜਹਾਜ਼ ਤੋਂ ਚੇਤਾਵਨੀ ਦੇਣ ਦੇ ਇਰਾਦੇ ਨਾਲ 2 ਵਾਰ ਗੋਲੀਆਂ ਚਲਾਈਆਂ ਗਈਆਂ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਮਰੀਕੀ ਰੱਖਿਆ ਮੰਤਰਾਲਾ ਦੇ ਹੈੱਡਕੁਆਰਟਰ ਪੈਂਟਾਗਨ ਨੇ ਇਸ ਨੂੰ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਦੀ ਸਮੁੰਦਰੀ ਫੌਜ ਦਾ ਅਸੁਰੱਖਿਅਤ ਅਤੇ ਗੈਰ ਪੇਸ਼ੇਵਰ ਰਵੱਈਆ ਦੱਸਿਆ ਹੈ।
14 ਦਿਨਾਂ 'ਚ ਦੂਸਰੀ ਵਾਰ ਹੈ ਜਦੋਂ ਅਮਰੀਕੀ ਜਹਾਜ਼ ਤੇ ਅਰਧ ਸੈਨਿਕ ਰੈਵੋਲੂਸ਼ਨਰੀ ਗਾਰਡ ਦੇ ਜਹਾਜ਼ ਨੂੰ ਚੇਤਾਵਨੀ ਦੇਣ ਲਈ ਗੋਲੀਆਂ ਦਾਗੀਆਂ। ਇਹ ਘਟਨਾ ਅਜਿਹੇ ਸਮੇਂ ਹੋਈ ਜਦੋਂ ਅਮਰੀਕਾ ਨੇ 2015 ਦੇ ਪਰਮਾਣੂ ਸਮਝੌਤੇ ਤੇ ਵਿਆਨਾ 'ਚ ਈਰਾਨ ਨਾਲ ਅਪਰਤੱਖ ਗੱਲਬਾਤ ਸ਼ੁਰੂ ਕੀਤੀ। ਅਮਰੀਕਾ 2018 'ਚ ਇਸ ਸਮਝੌਤੇ ਤੋਂ ਹਟ ਗਿਆ ਸੀ ਜਦੋਂ ਇਹ ਪੁੱਛਿਆ ਗਿਆ ਕਿ ਅਜਿਹਾ ਲੱਗਾ ਕਿ ਰੈਵੋਲੂਸ਼ਨਰੀ ਗਾਰਡ ਅਮਰੀਕੀ ਫੌਜੀਆਂ ਨਾਲ ਜੰਗ ਲੜਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਪੈਂਟਾਗਨ ਦੇ ਪ੍ਰੈਸ ਸਕੱਤਰ ਜਾਨ ਕਿਰਬੀ ਨੇ ਈਰਾਨ ਦੀ ਇੱਛਾ ਸੰਬੰਧੀ ਕੁਝ ਕਹਿਣ ਤੋਂ ਨਾ ਕਰ ਦਿੱਤੀ। ਕਿਰਬੀ ਨੇ ਕਿਹਾ ਕਿ ਦੁੱਖ ਵਾਲੀ ਗੱਲ ਇਹ ਹੈ ਕਿ IRGC ਸਮੁੰਦਰੀ ਫੌਜ ਦਾ ਇਹ ਵਰਤਾਅ ਕੋਈ ਨਹੀਂ ਗੱਲ ਨਹੀਂ। ਇਸ ਤਰ੍ਹਾਂ ਦੀਆਂ ਘਟਨਾਵਾਂ ਲਈ ਸਾਡੇ ਕਮਾਂਡਿੰਗ ਅਧਿਕਾਰੀ ਅਤੇ ਜਹਾਜ਼ਾਂ ਤੇ ਮੌਜੂਦ ਚਾਲਕ ਦਲ ਦੇ ਮੈਂਬਰ ਟ੍ਰੇਨਡ ਹਨ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਰਗਰਮੀ ਨਾਲ ਕਿਸੇ ਨੂੰ ਸੱਟ ਪਹੁੰਚ ਸਕਦੀ ਹੈ ਅਤੇ ਇਸ ਨਾਲ ਖੇਤਰ 'ਚ ਅਸਲ 'ਚ ਭਰਮ ਭੁਲੇਖੇ ਦੀ ਸਥਿਤੀ ਪੈਦਾ ਹੁੰਦੀ ਹੈ। ਇਸ ਨਾਲ ਕਿਸੇ ਦਾ ਹਿੱਤ ਪੂਰਾ ਨਹੀਂ ਹੋਣ ਵਾਲਾ। ਭਾਰਤੀ ਉਪ ਮਹਾਦੀਪ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਵਾਧੇ ਨੂੰ ਵੇਖਦੇ ਹੋਏ ਆਸਟ੍ਰੇਲੀਆ ਨੇ ਯਾਤਰੀਆਂ ਦੀ ਆਮਦ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ। ਆਸਟ੍ਰੇਲੀਆ ਦੇ ਵਪਾਰ, ਟੂਰਿਜ਼ਮ ਅਤੇ ਨਿਵੇਸ਼ ਮੰਤਰੀ ਡੈਨ ਤੇਹਾਨ ਨੇ ਕਿਹਾ ਹੈ ਕਿ ਦੇਸ਼ 2022 ਦੇ ਅਖੀਰ ਤੱਕ ਆਪਣੀਆਂ ਸਰਹੱਦਾਂ ਨੂੰ ਯਾਤਰੀਆਂ ਲਈ ਬੰਦ ਰੱਖ ਸਕਦਾ ਹੈ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਪਾਬੰਦੀ ਆਸਟ੍ਰੇਲੀਆ ਨੂੰ ਕੋਵਿਡ ਮੁਕਤ ਰੱਖਣ ਲਈ ਜ਼ਰੂਰੀ ਹੈ। ਉਹਨਾਂ ਨੇ ਕਿਹਾ ਕਿ ਫਿਲਹਾਲ ਇਹ ਕਹਿਣਾ ਮੁਸ਼ਕਿਲ ਹੈ ਕਿ ਆਸਟ੍ਰੇਲੀਆਈ ਸਰਹੱਦਾਂ ਫਿਰ ਕਦੋਂ ਖੁੱਲਣਗੀਆਂ। ਉਹਨਾਂ ਨੇ ਸਕਾਈ ਨਿਊਜ਼ ਨੂੰ ਦੱਸਿਆ ਕਿ ਇਸ ਬਾਰੇ ਵਿੱਚ ਸਭ ਤੋਂ ਚੰਗਾ ਅਨੁਮਾਨ ਅਗਲੇ ਸਾਲ ਦੀ ਦੂਜੀ ਛਿਮਾਹੀ ਦੇ ਮੱਧ ਵਿੱਚ ਹੋਵੇਗਾ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਦੇ ਨਾਲ ਹਵਾਈ ਯਾਤਰਾ ਬਬਲ ਸਮਝੌਤਾ ਕੀਤਾ, ਜਿਸ ਦੇ ਤਹਿਤ ਉਹਨਾਂ ਦੇਸ਼ਾਂ ਦੇ ਯਾਤਰੀਆਂ ਤੇ ਰੋਕ ਲਗਾ ਦਿੱਤੀ ਗਈ ਜਿੱਥੇ ਮੁੜ ਕੋਵਿਡ-19 ਮਾਮਲਿਆਂ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ। ਡੈਨ ਨੇ ਇਹ ਵੀ ਕਿਹਾ ਕਿ ਮਹਾਮਾਰੀ ਨੂੰ ਦੇਖਦੇ ਹੋਏ ਕੁਝ ਹੋਰ ਸਖਤ ਸਮਝੌਤੇ ਵੀ ਕਰਨੇ ਪੈ ਸਕਦੇ ਨੇ। ਬਹੁਤ ਕੁਝ ਇਸ ਗੱਲ ਤੇ ਵੀ ਨਿਰਭਰ ਕਰਦਾ ਹੈ ਕਿ ਅਸੀਂ ਗਲੋਬਲ ਮਹਾਮਾਰੀ ਤੋਂ ਕਿਵੇਂ ਨਜਿੱਠਦੇ ਹਾਂ। ਅੰਕੜਿਆਂ ਮੁਤਾਬਕ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਆਸਟ੍ਰੇਲੀਆ ਵਿੱਚ ਹਰ ਮਹੀਨੇ 1 ਮਿਲੀਅਨ ਯਾਤਰੀ ਆਉਂਦੇ ਸਨ, ਪਰ ਹੁਣ ਇਹ ਗਿਣਤੀ ਘਟ ਕੇ ਲਗਭਗ 7000 ਰਹਿ ਗਈ ਹੈ। ਕੋਰੋਨਾ ਕਾਲ ਲਈ ਸਖਤ ਨਿਯਮ ਅਤੇ ਕਾਨੂੰਨ ਬਣਾਏ ਗਏ ਹਨ, ਜਿਸ ਦੇ ਤਹਿਤ ਆਸਟ੍ਰੇਲੀਆ ਆਉਣ ਵਾਲੇ ਯਾਤਰੀਆਂ ਨੂੰ 14 ਦਿਨਾਂ ਲਈ ਕੁਆਰੰਟਾਈਨ ਰਹਿਣਾ ਜ਼ਰੂਰੀ ਹੈ। ਭਾਰਤ ਦੇ ਪੱਛਮੀ ਬੰਗਾਲ ਸੂਬੇ 'ਚ ਬੰਗਾਲੀ ਭਾਈਚਾਰੇ ਦੇ ਲੋਕਾਂ ਸਮੇਤ ਕਈ NRIs ਨੇ ਚੋਣ ਨਤੀਜਿਆਂ ਤੋਂ ਬਾਅਦ ਹੋਈ ਹਿੰਸਾ ਵਿਰੁੱਧ ਅਮਰੀਕਾ ਦੇ 30 ਤੋਂ ਵੱਧ ਸ਼ਹਿਰਾਂ 'ਚ ਪ੍ਰਦਰਸ਼ਨ ਕੀਤਾ। ਮਹੱਤਵਪੂਰਨ ਗੱਲ ਇਹ ਹੈ ਕਿ 2 ਮਈ ਨੂੰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਐਲਾਨਣ ਤੋਂ ਬਾਅਦ ਪੱਛਮੀ ਬੰਗਾਲ 'ਚ ਹਿੰਸਾ ਦੀਆਂ ਕਈ ਘਟਨਾਵਾਂ ਵਾਪਰੀਆਂ। ਚੋਣ ਨਤੀਜਿਆਂ ਤੋਂ ਬਾਅਦ ਕਤਲ ਦੀਆਂ ਘਟਨਾਵਾਂ ਵੱਲ ਧਿਆਨ ਖਿੱਚਣ ਲਈ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ 'ਚ ਲੋਕ ਹੱਥਾਂ 'ਚ ਤਖਤੀਆਂ ਲੈ ਕੇ ਆ ਰਹੇ ਸਨ, ਜਿਨ੍ਹਾਂ ਤੇ ਲਿਖਿਆ ਸੀ ਹਿੰਦੂ ਵੀ ਮਹੱਤਵ ਰੱਖਦੇ ਹਨ, ਹਿੰਦੂ ਨਸਲਕੁਸ਼ੀ ਵਿਰੁੱਧ ਪ੍ਰਦਰਸ਼ਨ। ਪ੍ਰਦਰਸ਼ਨਕਾਰੀਆਂ ਨੇ ਬੰਗਾਲ 'ਚ ਫੈਲੀ ਹਿੰਸਾ ਤੋਂ ਬਾਅਦ ਇਨਸਾਫ ਅਤੇ ਜਾਂਚ ਕਰਨ ਦੀ ਮੰਗ ਕੀਤੀ। ਹਿਊਸਟਨ ਦੀ ਰਹਿਣ ਵਾਲੀ ਸਹਾਨਾ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਹਿੰਦੂ ਔਰਤਾਂ ਨੂੰ ਵਾੜ ਫੜ ਕੇ ਧਰਤੀ ਤੇ ਘੜੀਸਿਆ ਗਿਆ, ਮੈਂ ਹੈਰਾਨ ਰਹਿ ਗਈ। ਉਹਨਾਂ ਨੇ ਕਿਹਾ ਕਿ ਇਹੋ ਜਿਹੀਆਂ ਘਟਨਾਵਾਂ ਬਿਲਕੁਲ ਵੀ ਨਹੀਂ ਹੋਣੀਆਂ ਚਾਹੀਦੀਆਂ ਤੇ ਇਹਨਾਂ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾਵਾਂ ਦਿਵਾਉਣੀਆਂ ਚਾਹੀਦੀਆਂ ਨੇ ਤਾਂ ਕਿ ਆਉਣ ਵਾਲੇ ਸਮੇਂ 'ਚ ਇਹੋ ਜਿਹੀਆਂ ਅਣਮਨੁੱਖੀ ਘਟਨਾਵਾਂ ਨਾ ਵਾਪਰਨ। UK 'ਚ ਤਾਲਾਬੰਦੀ 'ਚ ਵਧੇਰੇ ਖੁੱਲ੍ਹ ਦੇਣ ਲਈ ਸਰਕਾਰ ਵੱਲੋਂ ਤਿਆਰ ਨੀਤੀ ਅਨੁਸਾਰ 17 ਮਈ ਤੋਂ ਸਕੂਲਾਂ 'ਚ ਮਾਸਕ ਪਹਿਨਣ ਤੋਂ ਛੋਟ ਹੋਵੇਗੀ, ਜਦਕਿ ਅਗਲੇ ਮਹੀਨੇ ਤੋਂ ਸਮਾਜਿਕ ਦੂਰੀ ਤੇ ਪਾਬੰਦੀ ਵੀ ਹਟਾਈ ਜਾ ਸਕਦੀ ਹੈ। ਇਹ ਐਲਾਨ ਕੱਲ੍ਹ ਸ਼ਾਮੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਛੋਟ ਨਾਲ 30 ਲੋਕ ਘਰ ਦੇ ਬਾਹਰ ਇਕੱਠੇ ਹੋ ਸਕਿਆ ਕਰਨਗੇ, 6 ਦੋਸਤਾਂ ਮਿੱਤਰਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਘਰ ਅੰਦਰ ਮਿਲ ਸਕਿਆ ਕਰਨਗੇ। ਨਵੇਂ ਨਿਯਮਾਂ ਤਹਿਤ ਲੋਕਾਂ ਨੂੰ ਇੱਕ ਦੂਜੇ ਦੇ ਘਰ ਰਹਿਣ ਦੀ ਆਗਿਆ ਹੋਵੇਗੀ। ਰੈਸਟੋਰੈਂਟ, ਪਬ ਅਤੇ ਸਿਨੇਮਾ ਘਰ ਅੰਦਰ ਲੋਕਾਂ ਨੂੰ ਜਾਣ ਦੀ ਖੁੱਲ੍ਹ ਹੋਵੇਗੀ। ਸਰਕਾਰ ਦੇ ਸਿਹਤ ਮਾਹਿਰਾਂ ਨੇ ਕਿਹਾ ਕਿ ਲੋਕਾਂ ਨੂੰ ਗਲੇ ਮਿਲਣ ਦੀ ਖੁੱਲ੍ਹ ਦੇ ਬਾਵਜੂਦ ਸਾਵਧਾਨੀ ਰੱਖਣੀ ਹੋਵੇਗੀ, ਇੱਕ ਦੂਜੇ ਦੇ ਨੇੜੇ ਹੋਣ ਤੋਂ ਬਚਣਾ ਹੋਵੇਗਾ ਤਾਂ ਕਿ ਵਾਇਰਸ ਦੇ ਫੈਲਾਅ ਦਾ ਖਤਰਾ ਘਟ ਰਹੇ। ਸਿਹਤ ਰਾਜ ਮੰਤਰੀ ਨਾਦੀਨ ਡੋਰੀਜ਼ ਨੇ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਜਲਦੀ ਹੀ ਲੋਕ ਇੱਕ ਦੂਜੇ ਨੂੰ ਗਲੇ ਲਗਾਉਣਾ ਸ਼ੁਰੂ ਕਰਨਗੇ ਤੇ ਨਵੇਂ ਅੰਕੜੇ ਹਾਂ ਪੱਖੀ ਹੁੰਗਾਰਾ ਦੇ ਰਹੇ ਨੇ। 17 ਮਈ ਤੋਂ ਬਾਅਦ ਵਿਆਹ ਸਮਾਗਮਾਂ, ਅੰਤਿਮ ਰਸਮਾਂ ਅਤੇ ਹੋਰ ਸਮਾਗਮਾਂ 'ਚ 30 ਲੋਕ ਇਕੱਠੇ ਹੋ ਸਕਿਆ ਕਰਨਗੇ। 17 ਮਈ ਤੋਂ ਅੰਤਰਰਾਸ਼ਟਰੀ ਯਾਤਰੀਆਂ ਤੇ 12 ਦੇਸ਼ਾਂ ਤੋਂ ਹਟਾਈ ਪਾਬੰਦੀ ਵਾਲੇ ਦੇਸ਼ਾਂ ਤੋਂ UK ਆਉਣ ਵਾਲੇ ਯਾਤਰੀਆਂ ਨੂੰ ਇਕਾਂਤਵਾਸ ਹੋਣ ਦੀ ਵੀ ਲੋੜ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ UK 'ਚ 21 ਜੂਨ ਤੋਂ ਮੁਕੰਮਲ ਪਾਬੰਦੀ ਹਟਾਉਣ ਦਾ ਟੀਚਾ ਹੈ। ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ਭਾਰਤ ਬ੍ਰਿਟੇਨ ਮਾਈਗ੍ਰੇਸ਼ਨ ਐਂਡ ਮੋਬਿਲਿਟੀ ਦੀ ਸਾਂਝੇਦਾਰੀ ਤਹਿਤ ਇਮੀਗ੍ਰੇਸ਼ਨ,
ਅਤੇ ਹਵਾਲਗੀ ਸਣੇ ਸਾਰੇ ਮੁੱਦੇ ਆਉਣਗੇ ਅਤੇ ਇਹਨਾਂ ਤੋਂ ਦੋਨਾਂ ਦੇਸ਼ਾਂ ਦੇ ਪੇਸ਼ੇਵਰ ਲੋਕਾਂ ਅਤੇ ਵਿਦਿਆਰਥੀਆਂ ਨੂੰ ਲਾਭ ਹੋਵੇਗਾ। ਕਿੰਗਫਿਸ਼ਰ 에ਅਰਲਾਈਨਸ ਦੇ ਸਾਬਕਾ ਮੁਖੀ ਵਿਜੇ ਮਾਲਿਆ ਅਤੇ ਭਗੌੜਾ ਹੀਰਾ ਵਪਾਰੀ ਨੀਰਵ ਮੋਦੀ ਸਮੇਤ ਭਾਰਤ ਵਿੱਚ ਹਵਾਲਗੀ ਮਾਮਲਿਆਂ ਦੇ ਸੰਦਰਭ ਵਿੱਚ ਭਾਰਤੀ ਮੂਲ ਦੀ ਕੈਬਨਿਟ ਮੰਤਰੀ ਨੇ ਇਹ ਸਵੀਕਾਰ ਕੀਤਾ ਕਿ ਅਤੀਤ ਵਿੱਚ ਕੁਝ ਨਿਰਾਸ਼ ਰਹੀ ਹੈ, ਪਰ ਨਾਲ ਹੀ ਉਹਨਾਂ ਨੇ ਇਸ ਤੇ ਜ਼ੋਰ ਦਿੱਤਾ ਕਿ ਬ੍ਰਿਟੇਨ ਦੇ ਗ੍ਰਹਿ ਮੰਤਰੀ ਦੇ ਰੂਪ 'ਚ ਉਹਨਾਂ ਦੇ ਕਾਰਜਕਾਲ 'ਚ ਦੋਨਾਂ ਦੇਸ਼ਾਂ 'ਚ ਹਵਾਲਗੀ ਤਾਲਮੇਲ ਬਿਹਤਰ ਹੋ ਗਿਆ ਹੈ ਅਤੇ ਮੂਲ ਰੂਪ ਨਾਲ ਉਸ ਵਿੱਚ ਨਾ ਸਿਰਫ ਬਦਲਾਅ ਹੋਇਆ ਹੈ ਸਗੋਂ ਉਹ ਬਿਹਤਰ ਹੋਇਆ ਹੈ। ਸੋਮਵਾਰ ਨੂੰ ਇੱਕ ਇੰਟਰਵਿਊ ਦੌਰਾਨ ਪਟੇਲ ਨੇ ਦੱਸਿਆ, ਮੈਨੂੰ ਪੂਰੇ ਮਾਮਲੇ ਦੀ ਜਾਣਕਾਰੀ ਹੈ ਅਤੇ ਆਰਥਿਕ ਅਪਰਾਧੀਆਂ ਦੇ ਸਿਲਸਿਲੇ 'ਚ ਇਹ ਮੁਸ਼ਕਿਲ ਮਾਮਲਾ ਹੈ ਅਤੇ ਗ੍ਰਹਿ ਮੰਤਰੀ ਬਣਨ ਤੋਂ ਪਹਿਲਾਂ ਵੀ ਮੈਂ ਇਹਨਾਂ ਮਾਮਲਿਆਂ 'ਚ ਦਿਲਚਸਪੀ ਲਈ ਹੈ ਅਤੇ ਭਾਰਤ ਸਰਕਾਰ ਨੂੰ ਉਸ ਤੋਂ ਜਾਣੂ ਵੀ ਕਰਵਾਇਆ ਹੈ। ਉਹਨਾਂ ਨੇ ਕਿਹਾ ਕਿ ਗ੍ਰਹਿ ਮੰਤਰੀ ਦੇ ਰੂਪ ਵਿੱਚ ਮੇਰੇ ਕਾਰਜਕਾਲ ਵਿੱਚ ਇਸ ਸੰਬੰਧੀ ਮੌਲਿਕ ਬਦਲਾਅ ਆਏ ਹਨ ਅਤੇ ਇਹ ਬਿਹਤਰ ਹੋਇਆ ਹੈ। ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਵੀ ਇਸ ਨੂੰ ਗਵਾਉਣਾ ਚਾਹੀਦਾ ਹੈ। ਹਵਾਲਗੀ ਦੇ ਖੇਤਰ 'ਚ ਬ੍ਰਿਟੇਨ ਅਤੇ ਭਾਰਤ ਵਿੱਚ ਮਜ਼ਬੂਤ ਅਤੇ ਰਚਨਾਤਮਕ ਸੰਬੰਧ ਹਨ ਅਤੇ ਇਹ ਬਿਹਤਰ ਹੋਏ ਨੇ। ਇਸ ਕਾਰਨ ਪਿਛਲੇ ਕੁਝ ਸਾਲਾਂ ਵਿੱਚ ਕਈ ਸਫਲ ਹਵਾਲਗੀਆਂ ਵੀ ਹੋਈਆਂ ਹਨ। ਯੂਕੇ ਵਿੱਚ ਕਰੋਨਾ ਤਾਲਾਬੰਦੀ ਵਿੱਚ ਦਿੱਤੀ ਜਾ ਰਹੀ ਪੜਾਅਵਾਰ ਢਿੱਲ ਦੀ ਲੜੀ ਤਹਿਤ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਸੋਮਵਾਰ ਨੂੰ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਇੰਗਲੈਂਡ ਦੀਆਂ ਯੂਨੀਵਰਸਿਟੀਆਂ ਦੇ ਸਾਰੇ ਵਿਦਿਆਰਥੀਆਂ ਨੂੰ ਅਗਲੇ ਹਫ਼ਤੇ ਤੋਂ ਕੈਂਪਸ ਵਿੱਚ ਵਾਪਸ ਜਾਣ ਦੀ ਆਗਿਆ ਦਿੱਤੀ ਜਾਵੇਗੀ। ਤਾਲਾਬੰਦੀ ਦੌਰਾਨ ਕ੍ਰਿਸਮਸ ਤੋਂ ਲੈ ਕੇ ਹੁਣ ਤੱਕ ਲਗਭਗ 10 ਲੱਖ ਵਿਦਿਆਰਥੀਆਂ ਨੇ ਆਨਲਾਈਨ ਪੜ੍ਹਾਈ ਨੂੰ ਜਾਰੀ ਰੱਖਿਆ ਹੈ, ਪਰ ਹੁਣ ਤਾਲਾਬੰਦੀ ਪਾਬੰਦੀਆਂ ਦੇ ਆਸਾਨ ਹੋਣ ਕਰਕੇ ਉਹ 17 ਮਈ ਤੋਂ ਵਿਅਕਤੀਗਤ ਅਧਿਐਨ ਦੇ ਲਈ ਯੂਨੀਵਰਸਿਟੀ ਵਾਪਸ ਆ ਸਕਦੇ ਨੇ। ਇਸ ਕਦਮ ਦੀ ਘੋਸ਼ਣਾ ਬੋਰਿਸ ਜੌਨਸਨ ਦੁਆਰਾ ਸਰਕਾਰ ਦੇ ਤਾਲਾਬੰਦੀ ਤੋਂ ਬਾਹਰ ਆਉਣ ਦੇ ਰੋਡ ਮੈਪ ਦੇ ਹਿੱਸੇ ਵਜੋਂ ਕੀਤੀ ਗਈ ਹੈ। ਕੈਂਪਸ ਵਿੱਚ ਵਾਪਸ ਆਉਣ ਵਾਲੇ ਵਿਦਿਆਰਥੀਆਂ ਨੂੰ ਵਾਇਰਸ ਦੀ ਲਾਗ ਦੇ ਫੈਲਣ ਨੂੰ ਸੀਮਤ ਕਰਨ ਲਈ ਰਿਹਾਇਸ਼ ਲਈ ਯਾਤਰਾ ਤੋਂ ਪਹਿਲਾਂ ਇੱਕ ਕੋਵਿਡ ਟੈਸਟ ਕਰਵਾਉਣ ਲਈ ਕਿਹਾ ਜਾ ਰਿਹਾ ਹੈ। ਹਾਲਾਂਕਿ ਜ਼ਿਆਦਾਤਰ ਵਿਦਿਆਰਥੀ ਪਹਿਲਾਂ ਹੀ ਆਪਣੀਆਂ ਯੂਨੀਵਰਸਿਟੀਆਂ ਦੇ ਪਤੇ ਤੇ ਵਾਪਸ ਆ ਗਏ ਨੇ। ਦਫ਼ਤਰ ਫਾਰ ਨੈਸ਼ਨਲ ਸਟੈਟਿਸਟਿਕਸ ਵੱਲੋਂ ਪਿਛਲੇ ਹਫ਼ਤੇ ਪ੍ਰਕਾਸ਼ਿਤ ਕੀਤੇ ਗਏ ਅੰਕੜਿਆਂ ਅਨੁਸਾਰ ਇੰਗਲੈਂਡ ਵਿੱਚ 82% ਵਿਦਿਆਰਥੀ ਪਹਿਲਾਂ ਹੀ ਯੂਨੀਵਰਸਿਟੀਆਂ ਵਿੱਚ ਵਾਪਸ ਆਏ ਸਨ। ਹਾਲਾਂਕਿ ਉਹਨਾਂ ਦੀ ਪੜ੍ਹਾਈ ਆਨਲਾਈਨ ਹੀ ਜਾਰੀ ਰਹੀ। ਸਾਰੇ ਵਿਦਿਆਰਥੀਆਂ ਵਿੱਚੋਂ ਵਿਗਿਆਪਨ ਅਤੇ ਇੰਜੀਨੀਅਰਿੰਗ ਸਮੇਤ ਪ੍ਰੈਕਟੀਕਲ ਕੋਰਸ ਕਰ ਰਹੇ ਅੱਧੇ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਸਹੂਲਤਾਂ ਅਤੇ ਉਪਕਰਨਾਂ ਦੀ ਵਰਤੋਂ ਕਰਨ ਲਈ ਜ਼ਰੂਰਤ ਹੁੰਦੀ ਹੈ। ਇਸ ਲਈ ਅਜਿਹੇ ਵਿਦਿਆਰਥੀਆਂ ਨੂੰ 8 ਮਾਰਚ ਤੋਂ ਕੈਂਪਸ ਵਿੱਚ ਵਾਪਸ ਜਾਣ ਦਿੱਤਾ ਗਿਆ ਸੀ। ਇਸ ਦੇ ਇਲਾਵਾ ਸਿੱਖਿਆ ਵਿਭਾਗ ਨੇ ਮਹਾਮਾਰੀ ਦੇ ਚਲਦਿਆਂ ਗ੍ਰੈਜੂਏਟਾਂ ਨੂੰ ਹੁਨਰਮੰਦ ਬਣਾਉਣ ਅਤੇ ਉਹਨਾਂ ਦੇ ਕੈਰੀਅਰ ਨੂੰ ਸ਼ੁਰੂ ਕਰਨ ਵਿੱਚ ਸਹਾਇਤਾ ਕਰਨ ਲਈ ਯੂਨੀਵਰਸਿਟੀਆਂ ਨਾਲ ਤਿਆਰ ਕੀਤੀ ਗ੍ਰੈਜੂਏਟ ਰੋਜ਼ਗਾਰ ਅਤੇ ਹੁਨਰ ਗਾਈਡ ਦੀ ਸ਼ੁਰੂਆਤ ਕਰਨ ਦੀ ਵੀ ਘੋਸ਼ਣਾ ਕੀਤੀ ਹੈ। ਯੂਕੇ ਵਿੱਚ ਸਕਾਟਲੈਂਡ ਵਿੱਚ ਸਰਕਾਰ ਲੋਕਾਂ ਨੂੰ ਕੁਝ ਦੇਸ਼ਾਂ ਲਈ ਵਾਪਸੀ ਤੇ ਇਕਾਂਤਵਾਸ ਹੋਣ ਦੀ ਜ਼ਰੂਰਤ ਤੋਂ ਬਿਨਾਂ ਯਾਤਰਾ ਕਰਨ ਦੀ ਆਗਿਆ ਦੇ ਸਕਦੀ ਹੈ। ਇਹ ਯੋਜਨਾ ਇੰਗਲੈਂਡ ਦੀ ਤਰਜ਼ ਤੇ ਇੱਕ ਟ੍ਰੈਫਿਕ ਲਾਈਟ ਪ੍ਰਣਾਲੀ ਦਾ ਹਿੱਸਾ ਹੋਵੇਗੀ ਜੋ ਕਿ 24 ਮਈ ਤੋਂ ਲਾਗੂ ਹੋ ਸਕਦੀ ਹੈ। ਇਸ ਦੇ ਤਹਿਤ ਦੇਸ਼ਾਂ ਨੂੰ ਹਰੇ, ਪੀਲੇ ਅਤੇ ਲਾਲ ਰੰਗਾਂ ਵਿੱਚ ਸ਼੍ਰੇਣੀਬੱਧ ਕੀਤਾ ਜਾਵੇਗਾ ਅਤੇ 4 ਹਫ਼ਤਿਆਂ ਵਿੱਚ ਇਹਨਾਂ ਦੀ ਸਮੀਖਿਆ ਵੀ ਕੀਤੀ ਜਾਵੇਗੀ। ਇਸ ਯੋਜਨਾ ਲਈ ਸਕਾਟਿਸ਼ ਸਰਕਾਰ ਦੁਆਰਾ ਕੋਵਿਡ ਬਰੀਫਿੰਗ ਮੰਗਲਵਾਰ ਨੂੰ ਹੋ ਸਕਦੀ ਹੈ। ਜੇਕਰ ਇਹ ਪ੍ਰਣਾਲੀ ਇੰਗਲੈਂਡ ਵਰਗੀ ਹੋਵੇਗੀ ਤਾਂ ਦੇਸ਼ਾਂ ਦਾ ਸ਼੍ਰੇਣੀਕਰਨ ਕੋਵਿਡ ਦੇ ਕੇਸਾਂ ਅਤੇ ਟੀਕੇ ਦੀਆਂ ਦਰਾਂ ਦੋਵਾਂ ਦੇ ਆਧਾਰ ਤੇ ਹੋਵੇਗਾ, ਜਿੱਥੇ ਹਰ ਸੂਚੀ 17 ਮਈ ਤੋਂ ਕਾਰਜਸ਼ੀਲ ਹੈ, ਜਿਸ ਵਿੱਚ ਪੁਰਤਗਾਲ, ਇਜ਼ਰਾਈਲ, ਸਿੰਗਾਪੁਰ, ਆਸਟ੍ਰੇਲੀਆ, ਨਿਊਜ਼ੀਲੈਂਡ, ਬਰੂਨੇਈ, ਆਈਸਲੈਂਡ ਆਦਿ ਦੇਸ਼ ਸ਼ਾਮਲ ਨੇ। ਹਾਲਾਂਕਿ ਯਾਤਰੀ ਲੋਕੇਟਰ ਫਾਰਮ ਜ਼ਰੂਰੀ ਹੈ ਅਤੇ ਰਵਾਨਗੀ ਤੋਂ ਪਹਿਲਾਂ ਟੈਸਟਿੰਗ ਵੀ ਜ਼ਰੂਰੀ ਹੈ, ਪਰ ਵਾਪਸੀ ਵੇਲੇ ਕਿਸੇ ਵੀ ਹੋਟਲ ਦੀ ਜਾਂ ਵੱਖਰੀ ਇਕਾਂਤਵਾਸ ਦੀ ਜ਼ਰੂਰਤ ਨਹੀਂ ਹੈ। ਇਸ ਸਮੇਂ ਲੋਕ ਸਕਾਟਲੈਂਡ ਵਿੱਚ ਕਿਤੇ ਵੀ ਯਾਤਰਾ ਕਰ ਸਕਦੇ ਨੇ ਅਤੇ ਹੌਲੀਡੇ ਰਿਹਾਇਸ਼ ਵਿੱਚ ਰੁਕ ਸਕਦੇ ਨੇ, ਪਰ ਉਹ ਕਿਸੇ ਹੋਰ ਦੇ ਘਰ ਵਿੱਚ ਰਾਤ ਨਹੀਂ ਰਹਿ ਸਕਦੇ। ਇਸ ਤੋਂ ਇਲਾਵਾ ਇੰਗਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਦੀ ਯਾਤਰਾ ਦੀ ਵੀ ਆਗਿਆ ਹੈ। ਅਮਰੀਕਾ ਨੇ ਕੁਆਡ ਵਿੱਚ ਸ਼ਾਮਲ ਹੋਣ ਖਿਲਾਫ ਬੰਗਲਾਦੇਸ਼ ਨੂੰ ਚੇਤਾਵਨੀ ਦੇਣ ਵਾਲੇ ਚੀਨੀ ਡਿਪਲੋਮੈਟ ਦੇ ਬਿਆਨ ਤੇ ਨੋਟਿਸ ਲਿਆ। ਕੁਆਡ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਸਹਿਯੋਗ ਕਰਨ ਲਈ ਆਸਟ੍ਰੇਲੀਆ, ਭਾਰਤ, ਜਾਪਾਨ ਅਤੇ ਅਮਰੀਕਾ ਦਾ ਗੈਰ ਰਸਮੀ ਸਮੂਹ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਮੰਗਲਵਾਰ ਨੂੰ ਆਪਣੇ ਨਿਯਮਿਤ ਪੱਤਰਕਾਰ ਸੰਮੇਲਨ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਅਮਰੀਕਾ ਦੇ ਬੰਗਲਾਦੇਸ਼ ਦੇ ਨਾਲ ਬਹੁਤ ਮਜ਼ਬੂਤ ਸੰਬੰਧ ਹਨ। ਪ੍ਰਾਈਸ ਨੇ ਕਿਹਾ, ਅਸੀਂ ਬੰਗਲਾਦੇਸ਼ ਵਿੱਚ ਚੀਨ ਦੇ ਰਾਜਦੂਤ ਦੇ ਬਿਆਨ ਤੇ ਨੋਟਿਸ ਲਿਆ ਹੈ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਬੰਗਲਾਦੇਸ਼ ਦੀ ਪ੍ਰਭੂ ਸੱਤਾ ਦਾ ਸਨਮਾਨ ਕਰਦੇ ਹਾਂ ਅਤੇ ਅਸੀਂ ਬੰਗਲਾਦੇਸ਼ ਦੇ ਆਪਣੇ ਲਈ ਵਿਦੇਸ਼ ਨੀਤੀ ਦੇ ਫੈਸਲੇ ਲੈਣ ਦੇ ਅਧਿਕਾਰ ਦਾ ਵੀ ਸਨਮਾਨ ਕਰਦੇ ਹਾਂ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਅਮਰੀਕਾ ਆਰਥਿਕ ਵਾਧੇ, ਜਲਵਾਯੂ ਤਬਦੀਲੀ ਤੋਂ ਲੈ ਕੇ ਮਨੁੱਖੀ ਮੁੱਦਿਆਂ ਤੇ ਆਪਣੇ ਸਹਿਯੋਗੀਆਂ ਦੇ ਕਰੀਬ ਹੈ।
ਪ੍ਰਾਈਸ ਨੇ ਕਿਹਾ, ਜਦੋਂ ਕਵਾੜ ਦੀ ਗੱਲ ਆਉਂਦੀ ਹੈ ਤਾਂ ਅਸੀਂ ਪਹਿਲਾਂ ਵੀ ਕਿਹਾ ਹੈ ਕਿ ਇਹ ਗੈਰ ਰਸਮੀ, ਜ਼ਰੂਰੀ, ਬਹੁਪੱਖੀ ਵਿਵਸਥਾ ਹੈ ਜਿਸ ਨਾਲ ਇੱਕੋ ਜਿਹੀ ਸੋਚ ਵਾਲੇ ਲੋਕਤੰਤਰੀ ਦੇਸ਼ ਅਮਰੀਕਾ, ਭਾਰਤ, ਆਸਟ੍ਰੇਲੀਆ ਅਤੇ ਜਾਪਾਨ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਸਹਿਯੋਗ ਕਰਦੇ ਨੇ। ਹਿੰਦ ਪ੍ਰਸ਼ਾਂਤ ਮੁਕਤ ਖੇਤਰ ਦੇ ਸਾਡੇ ਟੀਚੇ ਨੂੰ ਹਾਸਲ ਕਰਨ ਦੀ ਦਿਸ਼ਾ ਵਿੱਚ ਕੰਮ ਕਰਦੇ ਹਨ। ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਸਿਕਿਉਰਿਟੀ ਅਧਿਕਾਰੀਆਂ ਨੇ ਵਾਸ਼ਿੰਗਟਨ ਡੀਸੀ ਉਪਨਗਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਭਾਰਤ ਤੋਂ ਪਰਤੇ ਯਾਤਰੀ ਦੇ ਸਮਾਨ ਵਿੱਚੋਂ 2 ਪਾਥੀਆਂ ਬਰਾਮਦ ਕੀਤੀਆਂ। ਜਿਸ ਬੈਗ ਵਿੱਚ ਭਾਰਤੀ ਯਾਤਰੀ ਗਾਂ ਦੇ ਗੋਹੇ ਵਾਲੀਆਂ ਪਾਥੀਆਂ ਲੈ ਕੇ ਆਇਆ ਸੀ, ਉਸ ਨੂੰ ਉਹ ਹਵਾਈ ਅੱਡੇ ਤੇ ਹੀ ਛੱਡ ਗਿਆ। ਅਧਿਕਾਰੀਆਂ ਨੇ ਕਿਹਾ ਕਿ ਅਮਰੀਕਾ ਵਿੱਚ ਪਾਥੀਆਂ ਤੇ ਪਾਬੰਦੀ ਹੈ ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਮੂੰਹ ਖੁਰ ਦੀ ਬਿਮਾਰੀ ਫੈਲਦੀ ਹੈ। ਇਨ੍ਹਾਂ ਪਾਥੀਆਂ ਨੂੰ ਮਗਰੋਂ ਨਸ਼ਟ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਕਿਹਾ, ਕਸਟਮਜ਼ ਤੇ ਬਾਰਡਰ ਸਿਕਿਉਰਿਟੀ ਦੇ ਖੇਤੀ ਮਾਹਿਰਾਂ ਨੇ ਹਵਾਈ ਅੱਡੇ ਤੇ ਛੱਡੇ ਸਮਾਨ ਵਿੱਚੋਂ 2 ਪਾਥੀਆਂ ਬਰਾਮਦ ਕੀਤੀਆਂ। ਇਹ ਸਮਾਨ 4 ਅਪ੍ਰੈਲ ਨੂੰ 에ਅਰ ਇੰਡੀਆ ਦੀ ਉਡਾਨ ਰਾਹੀਂ ਪਰਤੇ ਮੁਸਾਫਰਾਂ ਚੋਂ ਇੱਕ ਦਾ ਸੀ। ਸੀਬੀਪੀ ਦੇ ਬਾਲਟਿਮੋਰ ਫੀਲਡ ਦਫ਼ਤਰ ਦੇ ਕਾਰਜਕਾਰੀ ਨਿਰਦੇਸ਼ਕ ਕੀਥ ਫਲਾਮਿੰਗ ਨੇ ਕਿਹਾ, ਮੂੰਹ ਤੇ ਖੁਰ ਜਾਨਵਰਾਂ ਨੂੰ ਹੋਣ ਵਾਲੀ ਅਜਿਹੀ ਬਿਮਾਰੀ ਹੈ ਜਿਸ ਤੋਂ ਸਾਰੇ ਪਸ਼ੂ ਪਾਲਕ ਡਰਦੇ ਨੇ ਤੇ ਇਸ ਦੇ ਗੰਭੀਰ ਆਰਥਿਕ ਸਿੱਟੇ ਵੀ ਭੁਗਤਣੇ ਪੈਂਦੇ ਨੇ। ਸੀਬੀਪੀ ਨੇ ਕਿਹਾ ਕਿ ਗਾਂ ਦੇ ਗੋਹੇ ਵਾਲੀ ਪਾਥੀ ਵਿੱਚ ਊਰਜਾ ਹੁੰਦੀ ਹੈ ਤੇ ਵਿਸ਼ਵ ਦੇ ਕਈ ਹਿੱਸਿਆਂ ਵਿੱਚ ਇਸ ਨੂੰ ਖਾਣਾ ਬਣਾਉਣ ਦੇ ਸਰੋਤ ਵਜੋਂ ਵਰਤਿਆ ਜਾਂਦਾ ਹੈ। ਇਸ ਨੂੰ ਖਾਦ ਵਜੋਂ ਵੀ ਵਰਤਿਆ ਜਾਂਦਾ ਹੈ, ਪਰ ਇੰਨੇ ਫਾਇਦਿਆਂ ਦੇ ਬਾਵਜੂਦ ਭਾਰਤ ਤੋਂ ਆਈ ਪਾਥੀ ਤੇ ਪਾਬੰਦੀ ਹੈ ਕਿਉਂਕਿ ਇਸ ਨਾਲ ਮੂੰਹ ਤੇ ਖੁਰ ਦੀ ਬਿਮਾਰੀ ਫੈਲਣ ਦਾ ਖਦਸ਼ਾ ਹੈ। ਮਾਂ ਦਿਵਸ ਤੇ ਭਾਰਤੀ ਮੂਲ ਦੇ ਵਿਅਕਤੀਆਂ ਤੇ ਆਪਣੀ 65 ਸਾਲਾ ਮਾਂ ਦੀ ਤੇ ਜਿਨਸੀ ਸ਼ੋਸ਼ਣ ਅਤੇ ਕਤਲ ਕਰਨ ਦਾ ਇਲਜ਼ਾਮ ਲਗਾਇਆ ਗਿਆ। ਮੀਡੀਆ ਰਿਪੋਰਟਾਂ ਅਨੁਸਾਰ ਸਰਕਾਰੀ ਵਕੀਲਾਂ ਨੇ ਦੱਸਿਆ ਕਿ ਪੁਸ਼ਕਰ ਸ਼ਰਮਾ ਨੇ ਸ਼ਨੀਚਰਵਾਰ ਸਵੇਰੇ ਆਪਣੇ ਘਰ ਵਿੱਚ ਸਰੋਜ ਸ਼ਰਮਾ ਤੇ ਹਮਲਾ ਕੀਤਾ। ਇਲਜ਼ਾਮ ਹੈ ਕਿ ਉਸਨੇ ਆਪਣੀ ਮਾਂ ਦਾ ਗਲਾ ਕੁੱਟਿਆ ਅਤੇ ਕਈ ਵਾਰ ਮੁੱਕੇ ਮਾਰੇ। ਉਸਨੇ ਮਾਂ ਦਾ ਗਲ ਉਦੋਂ ਤੱਕ ਦਬਾ ਕੇ ਰੱਖਿਆ ਜਦੋਂ ਤੱਕ ਉਸ ਦੀ ਮੌਤ ਨਾ ਹੋਈ। ਕਿਹਾ ਹੈ ਕਿ ਆਪਣੀ ਮਾਂ ਦੇ ਜਿਨਸੀ ਸ਼ੋਸ਼ਣ ਤੋਂ ਬਾਅਦ ਪੁੱਤਰ ਉਸ ਉੱਤੇ ਹਮਲੇ ਕਰਦਾ ਰਿਹਾ, ਉਸ ਨੂੰ ਜ਼ਮਾਨਤ ਨਹੀਂ ਮਿਲੇਗੀ। ਅਮਰੀਕਾ 'ਚ ਕਲੋਨੀਅਲ ਗੈਸ ਪਾਈਪਲਾਈਨ ਉੱਪਰ ਹੋਏ ਸਾਈਬਰ ਹਮਲੇ ਨੇ ਸਰਕਾਰ ਨੂੰ ਕਾਫੀ ਚਿੰਤਤ ਕੀਤਾ। ਇੱਕ ਰਿਪੋਰਟ ਅਨੁਸਾਰ ਉੱਤਰੀ ਕੈਰੋਲੀਨਾ ਦੇ ਗਵਰਨਰ ਰੋਏ ਕੂਪਰ ਨੇ ਸੋਮਵਾਰ ਨੂੰ ਇਸ ਕਰਕੇ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਰਾਜ ਚੱਲ ਰਹੇ ਪਾਈਪਲਾਈਨ ਸੰਕਟ ਦੌਰਾਨ ਤੇਲ ਦੀ ਸਪਲਾਈ ਨੂੰ ਯਕੀਨੀ ਬਣਾਈ ਰੱਖੇਗਾ। ਐਮਰਜੈਂਸੀ ਦਾ ਇਹ ਹੁਕਮ ਸੂਬੇ ਦੇ ਡਰਾਈਵਰਾਂ ਨੂੰ ਮੋਟਰ ਵਾਹਨ ਫਿਊਲ ਦੇ ਨਿਯਮਾਂ ਨੂੰ ਅਸਥਾਈ ਤੌਰ ਤੇ ਮੁਅੱਤਲ ਕਰਕੇ ਲੋੜੀਂਦਾ ਤੇਲ ਪ੍ਰਦਾਨ ਕਰਨ ਦਾ ਇਰਾਦਾ ਰੱਖਦਾ ਹੈ। ਗਵਰਨਰ ਕੂਪਰ ਦੇ ਅਨੁਸਾਰ ਇਹ ਐਮਰਜੈਂਸੀ ਐਲਾਨ ਉੱਤਰੀ ਕੈਰੋਲੀਨਾ 'ਚ ਕਿਸੇ ਵੀ ਸੰਭਾਵੀ ਮੋਟਰ ਵਾਹਨ ਫਿਊਲ ਦੀ ਸਪਲਾਈ ਦੀ ਰੁਕਾਵਟ ਦੂਰ ਕਰਨ 'ਚ ਮਦਦ ਕਰੇਗਾ ਅਤੇ ਇਹ ਯਕੀਨੀ ਕਰੇਗਾ ਕਿ ਵਾਹਨ ਚਾਲਕ ਫਿਊਲ ਦੀ ਵਰਤੋਂ ਕਰਨ ਦੇ ਯੋਗ ਹੋਣਗੇ। ਇਸ ਸਾਈਬਰ ਹਮਲੇ ਕਾਰਨ ਸੋਮਵਾਰ ਨੂੰ ਚੌਥੇ ਦਿਨ ਵੀ ਕਲੋਨੀਅਲ ਪਾਈਪਲਾਈਨ ਆਫਲਾਈਨ ਸੀ। ਹਾਲਾਂਕਿ ਨੈਟਵਰਕ ਦੇ ਅੰਦਰ ਇੱਕ ਛੋਟੀ ਲਾਈਨ ਜੋ ਉੱਤਰੀ ਕੈਰੋਲੀਨਾ ਤੋਂ ਮੈਰੀਲੈਂਡ ਵਿੱਚ ਤੇਲ ਪਹੁੰਚਾਉਂਦੀ ਹੈ, ਮੈਨੂਅਲ ਆਪਰੇਸ਼ਨ ਅਧੀਨ ਹੈ। ਇਸ ਸੰਬੰਧੀ ਸੋਮਵਾਰ ਨੂੰ FBI ਨੇ ਵੀ ਪੁਸ਼ਟੀ ਕੀਤੀ ਕਿ ਸਾਈਬਰ ਅਟੈਕ ਨੂੰ ਜਿਨ੍ਹਾਂ ਹੈਕਰਾਂ ਵਜੋਂ ਅੰਜਾਮ ਦਿੱਤਾ ਗਿਆ ਹੈ ਨੂੰ ਡੋਰਕਸਾਈਡ ਅਤੇ ਕਾਰਪੋਰੇਸ਼ਨਾਂ ਤੋਂ ਨਕਦੀ ਕੱਢਣ ਅਤੇ ਚੈਰਿਟੀ ਨੂੰ ਕਟੌਤੀ ਦੇਣ ਵਜੋਂ ਜਾਣਿਆ ਜਾਂਦਾ ਹੈ। ਪਾਈਪਲਾਈਨ ਦੇ ਸੰਚਾਲਕਾਂ ਨੇ ਸੋਮਵਾਰ ਕਿਹਾ ਕਿ ਟੈਕਸਾਸ ਅਤੇ ਨਿਊ ਜਰਸੀ ਵਿਚਲੇ 10 ਰਾਜਾਂ 'ਚ ਚੱਲਣ ਵਾਲੀ ਨੈਟਵਰਕਾਂ ਦੀਆਂ ਛੋਟੀਆਂ ਲਾਈਨਾਂ ਮੁੜ ਚਾਲੂ ਕਰਨ ਤੋਂ ਬਾਅਦ ਹਫ਼ਤੇ ਦੇ ਅੰਤ ਤੱਕ ਸੇਵਾ ਦੇ ਮੁੜ ਬਹਾਲ ਹੋਣ ਦੀ ਉਮੀਦ ਹੈ, ਪਰ ਉਹਨਾਂ ਨਾਲ ਉਹਨਾਂ ਦੀ ਕੀਮਤਾਂ ਦੇ ਵਧਣ ਦੀ ਵੀ ਚੇਤਾਵਨੀ ਦਿੱਤੀ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨੂ ਦਿਓ ਆ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਉਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ।